ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਐਗਜ਼ਾਮ ਪਲੱਸ ਐਜੂਕੇਸ਼ਨ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਲੈ ਕੇ ਆਏ ਹਾਂ ਇੱਕ ਬੜੀ ਹੀ ਦਿਲਚਸਪ ਚੁਣੌਤੀ। ਅਸੀਂ ਫਰਵਰੀ 2026 ਦੀਆਂ ਸਾਰੀਆਂ ਵੱਡੀਆਂ ਖਬਰਾਂ ਨੂੰ ਇੱਕ MCQ ਸਟਾਈਲ ਕੁਇਜ਼ ਵਿੱਚ ਬਦਲ ਦਿੱਤਾ ਹੈ। ਤਾਂ ਫਿਰ ਕੀ ਤਿਆਰ ਹੋ ਆਪਣੇ ਗਿਆਨ ਨੂੰ ਪਰਖਣ ਲਈ? ਚਲੋ ਫਿਰ ਇਸ ਚੁਣੌਤੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਅੱਜ ਦੇ ਵਿਚਾਰ ਤੇ। ਬਿਲਕੁਲ ਸਹੀ ਗੱਲ ਹੈ ਨਾ, ਹਾਰ ਕਦੇ ਵੀ ਕੋਸ਼ਿਸ਼ ਕਰਨ ਵਾਲਿਆਂ ਦੀ ਨਹੀਂ ਹੁੰਦੀ ਤੇ ਗਿਆਨ ਹਾਸਲ ਕਰਨਾ ਵੀ ਤਾਂ ਇੱਕ ਕੋਸ਼ਿਸ਼ ਹੀ ਹੈ ਜਿਸ ਵਿੱਚ ਲਗਾਤਾਰ ਲੱਗੇ ਰਹਿਣਾ ਪੈਂਦਾ ਹੈ। ਤਾਂ ਫਿਰ ਕੀ ਤਿਆਰ ਹੋ ਇਸ ਚੈਲੰਜ ਲਈ? ਦੇਖੋ, ਅਸੀਂ 20 ਖਾਸ ਖਬਰਾਂ ਚੁਣੀਆਂ ਨੇ ਜੋ ਸਾਨੂੰ ਭਾਰਤ ਦੀ ਤਰੱਕੀ ਬਾਰੇ ਦੱਸਦੀਆਂ ਨੇ। ਹੁਣ ਦੇਖਣਾ ਇਹ ਹੈ ਕਿ ਤਿਆਰੀ ਕਿੰਨੀ ਕੁ ਪੱਕੀ ਹੈ ਤੇ ਗਿਆਨ ਕਿੰਨਾ ਕੁ ਅਪ ਟੂ ਡੇਟ ਹੈ। ਚਲੋ ਫਿਰ ਜ਼ਿਆਦਾ ਦੇਰ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ। ਠੀਕ ਹੈ, ਤਾਂ ਸਾਡਾ ਪਹਿਲਾ ਰਾਊਂਡ ਹੈ ਟੈਕਨੋਲੋਜੀ ਅਤੇ ਬੁਨਿਆਦੀ ਢਾਂਚੇ ਬਾਰੇ। ਦੇਖੋ, ਇਹ ਉਹ ਖੇਤਰ ਨੇ ਜੋ ਕਿਸੇ ਵੀ ਦੇਸ਼ ਦੇ ਭਵਿੱਖ ਦੀ ਨੀਂਹ ਰੱਖਦੇ ਨੇ। ਤਾਂ ਅਸੀਂ ਗੱਲ ਕਰਾਂਗੇ ਕੁਝ ਵੱਡੇ ਪ੍ਰੋਜੈਕਟਾਂ ਦੀ, AI ਤੋਂ ਲੈ ਕੇ ਗ੍ਰੀਨ ਐਨਰਜੀ ਤੱਕ। ਧਿਆਨ ਨਾਲ ਸੁਣਨਾ। ਤਾਂ ਪਹਿਲਾ ਸਵਾਲ ਤੁਹਾਡੇ ਸਕਰੀਨ ਤੇ ਹੈ ਤੇ ਦੋ ਵੱਡੀਆਂ ਬਿਜ਼ਨਸ ਡੀਲਸ ਬਾਰੇ ਹੈ। ਇੱਕ ਹੈ ਟੈਕਨੋਲੋਜੀ ਦੀ ਦੁਨੀਆ ਤੋਂ ਤੇ ਦੂਜੀ ਹੈ એનર્ਜੀ ਸੈਕਟਰ ਤੋਂ। ਸੋਚੋ, TCS ਦਾ 200 ਮੈਗਾਵਾਟ ਦਾ AI ਡੇਟਾ ਸੈਂਟਰ, ਕੌਣ ਹੈ ਉਹਨਾਂ ਦਾ ਪਾਰਟਨਰ? ਤੇ ਦੂਜਾ L&T ਦੀ ਨਾਭਾ ਪਾਵਰ ਨੂੰ ਕਿਸਨੇ ਖਰੀਦਿਆ? ਕੀ ਕੁਝ ਯਾਦ ਆ ਰਿਹਾ ਹੈ? ਅਤੇ ਜਵਾਬ ਹਨ AMD ਅਤੇ ਟੋਰੈਂਟ ਪਾਵਰ। ਜੇ ਇਹੀ ਜਵਾਬ ਸੋਚਿਆ ਸੀ ਤਾਂ ਬਹੁਤ ਵਧੀਆ। ਦੇਖੋ, TCS ਤੇ AMD ਦੀ ਇਹ ਪਾਰਟਨਰਸ਼ਿਪ ਭਾਰਤ ਨੂੰ AI ਦਾ ਗਲੋਬਲ ਹੱਬ ਬਣਾਉਣ ਵੱਲ ਇੱਕ ਵੱਡਾ ਕਦਮ ਹੈ ਤੇ ਉੱਥੇ ਹੀ ਟੋਰੈਂਟ ਪਾਵਰ ਦਾ ਨਾਭਾ ਪਾਵਰ ਨੂੰ ਖਰੀਦਣਾ ਦੇਸ਼ ਦੇ ਪਾਵਰ ਸੈਕਟਰ ਨੂੰ ਹੋਰ ਮਜ਼ਬੂਤ ਕਰੇਗਾ। ਅਗਲਾ ਸਵਾਲ ਡਿਜੀਟਲ ਪੇਮੈਂਟਸ ਬਾਰੇ ਹੈ ਜੋ ਸਾਡੀ ਸਾਰਿਆਂ ਦੀ ਜ਼ਿੰਦਗੀ ਦਾ ਹਿੱਸਾ ਹੈ। ਸੋਚੋ, ਬਿਨਾਂ OTP ਦੇ ਟ੍ਰਾਂਜੈਕਸ਼ਨ, ਹੈ ਨਾ ਕਮਾਲ ਦੀ ਗੱਲ? ਤਾਂ ਉਹ ਕਿਹੜੀਆਂ ਦੋ ਵੱਡੀਆਂ ਕੰਪਨੀਆਂ ਨੇ ਜਿਨ੍ਹਾਂ ਨੇ ਭਾਰਤ ਵਿੱਚ ਪਾਸਕੀ ਸਰਵਿਸ ਸ਼ੁਰੂ ਕੀਤੀ ਹੈ ਤਾਂ ਕਿ ਸਾਨੂੰ OTP ਦੇ ਝੰਜਟ ਤੋਂ ਛੁਟਕਾਰਾ ਮਿਲ ਸਕੇ? ਤੇ ਜਵਾਬ ਹੈ ਮਾਸਟਰਕਾਰਡ ਅਤੇ ਵੀਜ਼ਾ। ਬਿਲਕੁਲ, ਜਿਨ੍ਹਾਂ ਨੇ ਇਹ ਸੋਚਿਆ ਸੀ, ਸ਼ਾਬਾਸ਼। ਇਹ ਪਾਸਕੀ ਤਕਨੀਕ ਸਾਡੀਆਂ ਆਨਲਾਈਨ ਪੇਮੈਂਟਸ ਨੂੰ ਨਾ ਸਿਰਫ ਤੇਜ਼ ਬਣਾਏਗੀ ਬਲਕਿ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਰੱਖਿਅਤ ਵੀ ਕਰ ਦੇਵੇਗੀ। ਅਗਲਾ ਸਵਾਲ ਇੱਕ ਬਹੁਤ ਵੱਡੇ ਪ੍ਰੋਜੈਕਟ ਬਾਰੇ ਹੈ। ਅਸੀਂ ਗੱਲ ਕਰ ਰਹੇ ਹਾਂ 80,000 ਕਰੋੜ ਰੁਪਏ ਤੋਂ ਵੀ ਵੱਧ ਦੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਯਾਨੀ NGT ਨੇ ਇਸ ਮੈਗਾ ਪ੍ਰੋਜੈਕਟ ਨੂੰ ਹਰੀ ਝੰਡੀ ਦਿੱਤੀ ਹੈ। ਤਾਂ ਸਵਾਲ ਇਹ ਹੈ ਕਿ ਇਹ ਕਿਹੜਾ ਪ੍ਰੋਜੈਕਟ ਹੈ? ਤੇ ਸਹੀ ਜਵਾਬ ਹੈ ਦ ਗ੍ਰੇਟ ਨਿਕੋਬਾਰ ਆਈਲੈਂਡ ਪ੍ਰੋਜੈਕਟ। ਇਹ ਸਿਰਫ ਇੱਕ ਪ੍ਰੋਜੈਕਟ ਨਹੀਂ ਬਲਕਿ ਉਸ ਪੂਰੇ ਖੇਤਰ ਦੇ ਸੰਪੂਰਨ ਵਿਕਾਸ ਲਈ ਇੱਕ ਬਹੁਤ ਵੱਡਾ ਪਲਾਨ ਹੈ। ਇਸ ਨਾਲ ਉੱਥੇ ਆਰਥਿਕ ਗਤੀਵਿਧੀਆਂ ਅਤੇ ਕਨੈਕਟੀਵਿਟੀ ਵਿੱਚ ਜ਼ਬਰਦਸਤ ਵਾਧਾ ਹੋਵੇਗਾ। ਚਲੋ, ਹੁਣ ਥੋੜਾ ਜਿਹਾ ਗੇਅਰ ਬਦਲਦੇ ਹਾਂ ਤੇ ਗੱਲ ਕਰਦੇ ਹਾਂ ਅਰਥਵਿਵਸਥਾ ਦੀ। ਸਿੱਧਾ ਸਵਾਲ ਹੈ ਅੰਕੜਿਆਂ ਤੇ। ਜਨਵਰੀ 2026 ਵਿੱਚ ਭਾਰਤ ਦੀ WPI ਯਾਨੀ ਕਿ ਥੋਕ ਮੁੱਲ ਸੂਚਕਾਂਕ ਤੇ ਮਹਿੰਗਾਈ ਦਰ ਕਿੰਨੀ ਸੀ? ਇਹ ਬਹੁਤ ਹੀ ਮਹੱਤਵਪੂਰਨ ਅੰਕੜਾ ਹੁੰਦਾ ਹੈ। ਜਵਾਬ ਹੈ 1.28%। ਜੀ ਹਾਂ, 1.81%। ਇਹ ਆંકੜਾ ਦੱਸਦਾ ਹੈ ਕਿ ਮਹਿੰਗਾਈ ਕਾਫੀ ਹੱਦ ਤੱਕ ਕੰਟਰੋਲ ਵਿੱਚ ਹੈ, ਜੋ ਕਿ ਦੇਸ਼ ਦੀ ਆਰਥਿਕ ਸਿਹਤ ਲਈ ਇੱਕ ਬਹੁਤ ਹੀ ਚੰਗਾ ਸੰਕੇਤ ਮੰਨਿਆ ਜਾਂਦਾ ਹੈ। ਵਾਹ ਜੀ ਵਾਹ, ਪਹਿਲਾ ਰਾਊਂਡ ਤਾਂ ਬਹੁਤ ਵਧੀਆ ਰਿਹਾ। ਹੁਣ ਵਾਰੀ ਹੈ ਦੂਜੇ ਰਾਊਂਡ ਦੀ, ਜਿਸ ਦਾ ਨਾਮ ਹੈ ਖਬਰਾਂ ਵਿੱਚ ਵਿਅਕਤੀ। ਇਸ ਰਾਊਂਡ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਸ਼ਖਸੀਅਤਾਂ ਦੀ ਜਿਨ੍ਹਾਂ ਨੇ ਹਾਲ ਹੀ ਵਿੱਚ ਸੁਰਖੀਆਂ ਬਟੋਰੀਆਂ ਨੇ। ਚਲੋ ਦੇਖਦੇ ਹਾਂ। ਸ਼ੁਰੂਆਤ ਕਰਦੇ ਹਾਂ ਖੇਡਾਂ ਦੀ ਦੁਨੀਆ ਤੋਂ। ਬਹੁਤ ਹੀ ਵਕਾਰੀ ਅਵਾਰਡ BBC ਇੰਡੀਅਨ ਸਪੋਰਟਸ ਵੂਮਨ ਆਫ ਦਾ ਈਅਰ 2025 ਦਾ ਖਿਤਾਬ ਕਿਸ ਦੀ ਝੋਲੀ ਪਿਆ? ਤੇ ਨਾਲ ਹੀ ਐਮਰਜਿੰਗ ਪਲੇਅਰ ਆਫ ਦਾ ਈਅਰ ਕੌਣ ਬਣਿਆ? ਦੋ ਨਾਮ ਦੱਸਣੇ ਨੇ। ਤੇ ਜੇਤੂਆਂ ਦੇ ਨਾਮ ਹਨ ਕ੍ਰਿਕਟ ਦੀ ਧਾਕੜ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਸ਼ਤਰੰਜ ਦੀ ਦੁਨੀਆ ਦੀ ਨਵੀਂ ਸਨਸਨੀ ਦਿਵਿਆ ਦੇਸ਼ਮੁਖ। ਕਿਆ ਬਾਤ ਹੈ! ਦੋਵੇਂ ਹੀ ਆਪਣੇ ਖੇਤਰ ਦੀਆਂ ਸ਼ਾਨਦਾਰ ਖਿਡਾਰਨਾਂ ਨੇ ਤੇ ਲੱਖਾਂ ਨੌਜਵਾਨਾਂ ਲਈ ਇੱਕ ਮਿਸਾਲ ਨੇ। ਖੇਡਾਂ ਤੋਂ ਹੁਣ ਚੱਲਦੇ ਹਾਂ ਵਿਗਿਆਨ ਅਤੇ ਬੈਂਕਿੰਗ ਦੀ ਦੁਨੀਆ ਵੱਲ। ਇੱਥੇ ਵੀ ਦੋ ਵੱਡੀਆਂ ਨਿਯੁਕਤੀਆਂ ਹੋਈਆਂ ਨੇ। ਪਹਿਲਾ, ਉਹ ਕਿਹੜੇ ਫੋਰੈਂਸਿਕ ਸਾਇੰਟਿਸਟ ਨੇ ਜਿਨ੍ਹਾਂ ਨੂੰ ਅਮਰੀਕਨ ਅਕੈਡਮੀ ਆਫ ਫੋਰੈਂਸਿਕ ਸਾਇੰਸਜ਼ ਯਾਨੀ AAFS ਦਾ ਫੈਲੋ ਬਣਾਇਆ ਗਿਆ ਹੈ? ਤੇ ਦੂਜਾ, ਕੋਟਕ ਮਹਿੰਦਰਾ ਬੈਂਕ ਦੇ ਨਵੇਂ ਇੰਡੀਪੈਂਡੈਂਟ ਡਾਇਰੈਕਟਰ ਕੌਣ ਨੇ? ਸਹੀ ਜਵਾਬ ਹਨ ਡਾਕਟਰ JS ਸਹਿਰਾਵਤ, ਜੋ ਹੁਣ AAFS ਦੇ ਫੈਲੋ ਨੇ, ਅਤੇ ਰਮੇਸ਼ ਗਣੇਸ਼ ਅਈਅਰ, ਜੋ ਕੋਟਕ ਮਹਿੰਦਰਾ ਬੈਂਕ ਦੇ ਨਵੇਂ ਡਾਇਰੈਕਟਰ ਬਣੇ ਨੇ। ਇਹ ਦੋਵੇਂ ਹੀ ਆਪਣੇ ਖੇਤਰਾਂ ਦੇ ਬਹੁਤ ਵੱਡੇ ਨਾਮ ਨੇ। ਅਤੇ ਹੁਣ ਅਸੀਂ ਪਹੁੰਚ ਗਏ ਹਾਂ ਆਪਣੇ ਆਖਰੀ ਅਤੇ ਸ਼ਾਇਦ ਸਭ ਤੋਂ ਜ਼ਰੂਰੀ ਰਾਊਂਡ ਤੇ, ਬੁਨਿਆਦੀ ਗਿਆਨ। ਇਸ ਵਿੱਚ ਉਹ ਸਵਾਲ ਹੋਣਗੇ ਜਿਨ੍ਹਾਂ ਦੇ ਜਵਾਬ ਹਰ ਕਿਸੇ ਨੂੰ ਪਤਾ ਹੋਣੇ ਹੀ ਚਾਹੀਦੇ ਨੇ। ਤਾਂ ਫਿਰ ਆਖਰੀ ਦੌਰ ਲਈ ਤਿਆਰ ਹੋ। ਇਸ ਰਾਊਂਡ ਦਾ ਪਹਿਲਾ ਸਵਾਲ ਹੈ ਨੀਤੀ ਆਯੋਗ ਬਾਰੇ। ਦੋ ਹਿੱਸਿਆਂ ਵਾਲਾ ਸਵਾਲ ਹੈ, ਧਿਆਨ ਨਾਲ ਸੁਣਨਾ। ਪਹਿਲਾ, ਨੀਤੀ ਆਯੋਗ ਦੇ ਐਕਸ ਆਫੀਸ਼ੀਓ ਚੇਅਰਮੈਨ ਕੌਣ ਹੁੰਦੇ ਨੇ?
ਅਤੇ ਦੂਜਾ, ਇਸ ਤੇ ਕਿਹੜੇ ਮਿਸ਼ਨ ਨੇ ਹਾਲ ਹੀ ਵਿੱਚ AIpreneurs ਆਫ ਇੰਡੀਆ ਨਾਮ ਦੀ ਕਿਤਾਬ ਲਾਂਚ ਕੀਤੀ ਹੈ? ਅਤੇ ਜਵਾਬ ਹਨ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਅਟਲ ਇਨੋਵੇਸ਼ਨ ਮਿਸ਼ਨ। ਯਾਦ ਰੱਖਣਾ, ਨੀਤੀ ਆਯੋਗ ਦੇ ਚੇਅਰਮੈਨ ਹਮੇਸ਼ਾ ਦੇਸ਼ ਦੇ ਪ੍ਰਧਾਨ ਮੰਤਰੀ ਹੀ ਹੁੰਦੇ ਨੇ ਤੇ ਅਟਲ ਇਨੋਵੇਸ਼ਨ ਮਿਸ਼ਨ ਦੇਸ਼ ਵਿੱਚ ਇਨੋਵੇਸ਼ਨ ਅਤੇ ਉਦਯਮਤਾ ਨੂੰ ਵਧਾਉਣ ਲਈ ਬਹੁਤ ਵਧੀਆ ਕੰਮ ਕਰ ਰਿਹਾ ਹੈ, ਜਿਸ ਦੀ ਇਹ ਕਿਤਾਬ ਇੱਕ ਮਿਸਾਲ ਹੈ। ਅਗਲਾ ਸਵਾਲ ਬਹੁਤ ਹੀ ਮਿੱਠਾ ਹੈ। ਇਹ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ। ਸਰਕਾਰ ਨੇ ਮਧੂਮੱਖੀ ਪਾਲਣ ਯਾਨੀ ਬੀ ਕੀਪਿੰਗ ਨੂੰ ਵਧਾਵਾ ਦੇਣ ਲਈ ਇੱਕ ਖਾਸ ਕ੍ਰਾਂਤੀ ਸ਼ੁਰੂ ਕੀਤੀ ਹੈ। ਬਸ ਉਸ ਦਾ ਨਾਮ ਦੱਸ ਦਿਓ। ਤੇ ਇਸ ਦਾ ਨਾਮ ਹੈ ਮਿੱਠੀ ਕ੍ਰਾਂਤੀ ਜਾਂ ਸਵੀਟ ਰੈਵੋਲੂਸ਼ਨ। ਬਿਲਕੁਲ ਸਹੀ। ਇਸ ਦਾ ਮਕਸਦ ਸਿਰਫ ਸ਼ਹਿਦ ਦਾ ਉਤਪਾਦਨ ਵਧਾਉਣਾ ਹੀ ਨਹੀਂ, ਬਲਕਿ ਇਸ ਨਾਲ ਜੁੜੇ ਕਿਸਾਨਾਂ ਦੀ ਆਮਦਨ ਨੂੰ ਵੀ ਵਧਾਉਣਾ ਹੈ। ਠੀਕ ਹੈ, ਤਾਂ 3 ਰਾਊਂਡ ਪੂਰੇ ਹੋ ਚੁੱਕੇ ਨੇ ਤੇ ਹੁਣ ਵਾਰੀ ਹੈ ਇੱਕ ਤੇਜ਼-ਤਰਾਰ ਲਾਈਟਨਿੰਗ ਰਾਊਂਡ ਦੀ। ਇਸ ਵਿੱਚ ਅਸੀਂ ਕੁਝ ਮਹੱਤਵਪੂਰਨ ਥਾਵਾਂ ਤੇ ਫੋਕਸ ਕਰਾਂਗੇ ਜੋ ਹਾਲ ਹੀ ਵਿੱਚ ਖਬਰਾਂ ਵਿੱਚ ਰਹੀਆਂ। ਰਫ਼ਤਾਰ ਤੇਜ਼ ਹੋਵੇਗੀ ਤਾਂ ਤਿਆਰ ਰਹੋ। ਚਲੋ ਫਿਰ ਸ਼ੁਰੂ ਕਰਦੇ ਹਾਂ। ਰੱਖਿਆ ਮੰਤਰੀ ਨੇ ਇੱਕ ਵੱਡਾ ਉਦਘਾਟਨ ਕੀਤਾ। ਕਿੱਥੇ? ਬੈਂਗਲੁਰੂ ਵਿੱਚ। ਭਾਰਤ ਵਿਸਤਾਰ ਕਿੱਥੇ ਲਾਂਚ ਹੋਇਆ? ਜੈਪੁਰ ਵਿੱਚ। ਨੇਵੀ ਦਾ ਨਵਾਂ ਜਹਾਜ਼ INS ਕ੍ਰਿਸ਼ਨਾ ਇਹ ਲਾਂਚ ਹੋਇਆ ਕਟੂਪੱਲੀ, ਚੇਨਈ ਤੋਂ। ECI ਦਾ ਸਾਲਾਨਾ ਖੇਡ ਹਫ਼ਤਾ ਨਵੀਂ ਦਿੱਲੀ ਅਤੇ ਭਾਰਤੀ ਖੇਤੀ ਖੋਜ ਪਰਿਸ਼ਦ ਯਾਨੀ ICAR ਦਾ ਹੈੱਡਕੁਆਰਟਰ ਕਿੱਥੇ ਹੈ? ਇਹ ਵੀ ਨਵੀਂ ਦਿੱਲੀ ਵਿੱਚ ਹੀ ਹੈ। ਬਹੁਤ ਵਧੀਆ। ਇਹ ਸਾਰੀਆਂ ਥਾਵਾਂ ਯਾਦ ਰੱਖਣੀਆਂ ਬਹੁਤ ਜ਼ਰੂਰੀ ਨੇ। ਤਾਂ ਇਹ ਸਨ ਫਰਵਰੀ 2026 ਦੀਆਂ ਕੁਝ ਵੱਡੀਆਂ ਖਬਰਾਂ। ਦੇਖੋ, ਹਰ ਖਬਰ ਇੱਕ ਵੱਡੀ ਤਸਵੀਰ ਦਾ ਹਿੱਸਾ ਹੈ। ਅਸੀਂ ਟੈਕਨੋਲੋਜੀ ਵਿੱਚ ਤਰੱਕੀ ਦੇਖੀ, ਨਵੇਂ ਖਿਡਾਰੀਆਂ ਨੂੰ ਉੱਭਰਦੇ ਦੇਖਿਆ ਤੇ ਅਰਥ ਵਿਵਸਥਾ ਨੂੰ ਮਜ਼ਬੂਤ ਹੁੰਦੇ ਦੇਖਿਆ। ਇਹ ਸਾਰੇ ਟੁਕੜੇ ਮਿਲ ਕੇ ਕਹਾਣੀ ਬਣਾਉਂਦੇ ਨੇ, ਭਾਰਤ ਦੇ ਅੱਗੇ ਵਧਣ ਦੀ ਕਹਾਣੀ। ਤਾਂ ਅੰਤ ਵਿੱਚ ਇੱਕ ਸਵਾਲ ਤੁਹਾਡੇ ਲਈ ਛੱਡ ਕੇ ਜਾ ਰਹੇ ਹਾਂ। ਇਹਨਾਂ ਸਾਰੀਆਂ ਖਬਰਾਂ ਨੂੰ ਦੇਖਦੇ ਹੋਏ 2026 ਵਿੱਚ ਭਾਰਤ ਦੀ ਸਭ ਤੋਂ ਵੱਡੀ ਕਹਾਣੀ ਕੀ ਬਣ ਰਹੀ ਹੈ? ਸੋਚਣਾ ਜ਼ਰੂਰ। ਇਸ ਚੁਣੌਤੀ ਵਿੱਚ ਹਿੱਸਾ ਲੈਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।